सतगुरु नानक देव साहब जी महाराज के निकटवर्ती भाई बाला जी ਜਦੋਂ ਗੁਰੂ ਅੰਗਦ ਦੇਵ ਜੀ ਨੂੰ ਆ ਕੇ ਖੰਡੂਰ ਸਾਹਿਬ ਮਿਲਦੇ ਨੇ ਤੇ ਸਤਿਗੁਰੂ ਜੀ ਉਹਨਾਂ ਨੂੰ ਪੁੱਛਦੇ ਨੇ, ਭਾਈ ਬਾਲਾ ਜੀ ਤੁਸੀਂ ਸਾਰੀ ਉਮਰ ਸੱਚੇ ਪਾਤਸ਼ਾਹ ਜੀ ਦੇ ਨਾਲ ਰਹੇ ਹੋ, ਸਾਰੇ ਦੇਸ਼ਾਂ ਪ੍ਰਦੇਸ਼ਾਂ ਦੀ ਯਾਤਰਾ ਕੀਤੀ ਹੈ, ਸਾਰਾ ਇਤਿਹਾਸ ਤੁਸੀਂ ਦੱਸ ਰਹੇ ਹੋ ਸਤਿਗੁਰਾਂ ਦਾ, ਤੇ ਤੁਸੀਂ ਸਤਿਗੁਰਾਂ ਨੂੰ ਕੀ ਸਮਝਿਆ ਸੀ, ਕਿੱਦਾਂ ਦੇਖਿਆ ਸੀ, ਕਿਹੜੀ ਨਜ਼ਰ ਨਾਲ ਤੁਸੀਂ ਉਹਨਾਂ ਨੂੰ ਵੇਖਿਆ, ਤੁਸੀਂ ਨਾਲ ਜੋ ਰਹੇ ਉਹਨਾਂ ਬਾਰੇ ਤੁਸੀਂ ਕੀ ਮਹਿਸੂਸ ਕੀਤਾ। ਤੇ ਭਾਈ ਬਾਲਾ ਜੀ ਬੜੇ ਵਜਦ 'ਚ ਆ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਪੂਰਨ ਤਤ ਬੇਤੇ, ਜਿਨ੍ਹਾਂ ਵਿੱਚ ਕੋਈ ਫਰਕ ਨਹੀਂ, ਉਹ ਸਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ। ਸਤਿਗੁਰੂ ਗੁਰੂ ਅੰਗਦ ਦੇਵ ਜੀ ਕਹਿੰਦੇ, ਧੰਨ ਹੋ ਭਾਈ ਬਾਲਾ ਜੀ, ਆਪ ਜੀ ਧੰਨ ਹੋ ਜਿਨ੍ਹਾਂ ਨੇ ਬ੍ਰਹਮ ਗਿਆਨੀ ਸਤਿਗੁਰੂ ਜੀ ਨੂੰ ਪਛਾਣਿਆ, ਤਾਂ ਹੀ ਤੁਸੀਂ ਬ੍ਰਹਮ ਗਿਆਨੀ ਬਣ ਗਏ ਹੋ, ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣ ਹੈ। ਤੁਸੀਂ ਉਹਨਾਂ ਨੂੰ ਬ੍ਰਹਮ ਗਿਆਨੀ ਰੂਪ ਜਾਣ ਕਰਕੇ, ਕਿਉਂਕਿ ਸਾਧ ਸੰਗਤ ਜੀ ਇਹ ਸਾਨੂੰ ਫਰਕ ਲੱਗਦਾ, ਬਾਣੀ ਨਹੀਂ ਫਰਕ ਸਮਝਦੀ। ਬ੍ਰਹਮ ਗਿਆਨੀ ਆਪ ਪਰਮੇਸ਼ਰ, ਬ੍ਰਹਮ ਗਿਆਨੀ ਪਰਮੇਸ਼ਰ ਹੁੰਦਾ, ਕਿਉਂਕਿ ਬੂੰਦ ਸਾਗਰ 'ਚ ਰਲ ਜਾਂਦੀ ਹੈ, ਸਾਗਰ ਰੂਪ ਬਣ ਜਾਂਦੀ ਹੈ। ਆਪ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, कोय न सकै पछानी, हर हर जन दोई एक है, बिब विचार कछ ना है। पर यह गल उन्ना चिर समझ नहीं आउंदी जिन्ना चिर अंदरों आत्मा परमात्मा की एक सुरता का ज्ञान नहीं हुंदा, द्वैत दृष्टि नहीं मिटदी। तो जदों द्वैत दृष्टि मिट जाती है, फिर सब अकाल पुरख का, ब्रह्म का, परमेश्वर का, वाहिगुरू जी का ही रूप दिसदा है। तो महाराज कहते तुसीं उन्हां नूं महाराज साहब गुरु नानक देव जी नूं ब्रह्म रूप करके जान लिया, ब्रह्म ज्ञानी, ਤਾਂ ਹੀ ਤੁਸੀਂ ब्रह्म ज्ञानी हो गए। ਤੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਬਾਲਾ ਜੀ ਨੇ ਵੀ ਫਿਰ ਸਵਾਲ ਕਰਤਾ, ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਤਾਂ ਮੇਰੇ ਤੋਂ ਪੁੱਛਿਆ, ਤੇ ਮੈਂ ਵੀ ਆਪ ਜੀ ਨੂੰ ਬੇਨਤੀ ਕਰਾਂ ਕਿ ਆਪ ਜੀ ਨੇ ਤਾਂ ਉਹਨਾਂ ਦੇ ਨਾਲ ਰਹਿ ਕੇ ਬਹੁਤ ਸਮਾਂ ਸੇਵਾ ਕੀਤੀ ਹੈ। ਉਹਨਾਂ ਦੀ 7 ਸਾਲ ਜਾਂ 8 ਸਾਲ ਸੇਵਾ ਲਗਭਗ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਕੀਤੀ। ਇਹ ਜਿਹੜਾ ਸਮਾਂ ਤੁਸੀਂ ਉਹਨਾਂ ਦੀ ਸੇਵਾ ਕੀਤੀ ਹੈ ਤੇ ਨਾਲ ਰਹੇ ਹੋ, ਤੇ ਉਹਨਾਂ ਨੇ ਤੁਹਾਨੂੰ ਆਪਣੀ ਗੱਦੀ ਦੇ ਦਿੱਤੀ ਹੈ, ਆਪਣੀ ਥਾਂ ਤੇ ਬਿਠਾ ਦਿੱਤਾ ਹੈ, ਕਰੋੜਾਂ ਲੱਖਾਂ ਸਿੱਖਾਂ ਵਿੱਚੋਂ ਤੁਹਾਨੂੰ ਚੁਣਿਆ। ਇੱਕ ਜਗ੍ਹਾ ਦੇ ਭਾਈ ਗੁਰਦਾਸ ਜੀ ਲਿਖਦੇ ਨੇ, ਬਾਵਾਣੇ ਗੁਰਸਿੱਖ ਲੈਣਾ ਆਇਆ। ਵੈਸੇ ਤਾਂ ਕਹਿੰਦੇ ਮਹਾਰਾਜ ਦੇ ਕਰੋੜਾਂ ਹੀ ਸਿੱਖ ਬਣੇ, ਮੱਕੇ ਮਦੀਨੇ ਤੱਕ, ਦੇਸ਼ਾਂ ਪ੍ਰਦੇਸ਼ਾਂ 'ਚ ਕੋਈ ਮੁਲਕ ਛੱਡਿਆ ਹੀ ਨਹੀਂ। ਕਈ ਵਾਰੀ ਕਈ ਸਿੰਘ ਨਕਸ਼ੇ ਬਣਾ ਕੇ ਦੇ ਦੱਸਦੇ ਆ ਵੀ ਇੱਥੇ ਇੱਥੇ ਮਹਾਰਾਜ ਗਏ, ਇੱਥੇ ਇੱਥੇ ਮਹਾਰਾਜ ਗਏ। ਚੰਗੀ ਗੱਲ ਹੈ, ਪ੍ਰਚਾਰ ਵਾਸਤੇ ਦੱਸਣਾ ਪੈਂਦਾ, ਪਰ ਨਕਸ਼ੇ ਪੂਰੇ ਬਣ ਨਹੀਂ ਸਕਦੇ, ਮਾਫ਼ ਕਰਨਾ। ਭਾਈ ਗੁਰਦਾਸ ਜੀ ਨੇ ਗੱਲ ਹੀ ਮੁਕਾਤੀ, ਬਾਬੇ ਤਾਰੇ 4 ਚੱਕ, 9 ਖੰਡ ਪ੍ਰਿਥਵੀ ਸੱਚਾ ਟੋਆ। 4 ਚੱਕਾਂ ਵਿੱਚ ਸਾਰੀ ਧਰਤੀ ਹੈ। ਕਈ ਵਾਰੀ ਕਈ ਪ੍ਰੇਮੀ ਪੁੱਛ ਲੈਂਦੇ, ਉਹ ਜਿਹੜੇ ਇਤਿਹਾਸ ਦੇ ਉਹ ਨਕਸ਼ੇ ਵੇਖਦੇ, ਉਹ ਕਹਿੰਦੇ ਅਮਰੀਕਾ 'ਚ ਆਏ ਸੀ, ਕੈਨੇਡਾ 'ਚ ਆਏ ਸੀ। ਸਾਧ ਸੰਗਤ ਜੀ ਆਏ, ਕੈਨੇਡਾ 'ਚ ਵੀ ਆਏ, ਅਮਰੀਕਾ 'ਚ ਵੀ ਆਏ। ਆਏ ਤਾਂ ਹੀ ਆਪਾਂ ਆਏ, ਇੱਥੇ ਬੈਠੇ ਹਾਂ, ਮਹਾਰਾਜ ਆਏ। ਬਾਬਾ ਤਾਂ ਸਾਰੇ ਵਿਆਪਕ ਹੀ ਹੈ ਨਾ, ਕੋਈ ਥਾਂ ਐਸੀ ਹੈ ਹੀ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਨਾ ਹੋਣ। ਆਪਾਂ ਸਰੀਰ ਕਰਕੇ ਨਾ ਦੇਖੀਏ, ਜੋਤ ਕਰਕੇ ਦੇਖੀਏ। ਸੱਚੇ ਪਾਤਸ਼ਾਹ ਆਏ ਹੋਏ ਨੇ ਤਾਂ ਹੀ ਆ ਸੰਗਤਾਂ ਉਹਨਾਂ ਦੀਆਂ ਆਈਆਂ ਹੋਈਆਂ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਬਾਣੀ, ਉਹਨਾਂ ਦਾ ਸਿਧਾਂਤ ਆਇਆ ਹੋਇਆ। ਤੋ ਮਹਾਰਾਜ ਨੇ ਤਾਂ ਸਾਰੀ ਧਰਤੀ ਤਾਰ ਦਿੱਤੀ। ਭਾਈ ਸੰਤੋਖ ਸਿੰਘ ਜੀ ਲਿਖਦੇ, ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਨਾਤ ਹੈ। ਆਕਾਸ਼ ਦੇ ਤਾਰੇ ਭਾਵੇਂ ਕੋਈ ਗਿਣ ਲਵੇ, ਪਰ ਮਹਾਰਾਜ ਤੁਹਾਡੇ ਤਾਰੇ ਹੋਏ ਜੀਵ ਕਿੰਨੇ ਕੁ ਨੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਬੰਦੇ ਦੇ ਤਾਰੇ, ਪਸ਼ੂ ਵੀ ਤਾਰੇ, ਪ੍ਰੇਤ ਵੀ ਤਾਰੇ, ਮੁਗਧ ਵੀ ਤਾਰੇ, ਪਾਹਨ ਪਾਰ ਤਾਰੇ, ਪੱਥਰ ਵੀ ਤਾਰਦੇ। ਪੱਥਰ ਵੀ ਪੂਜਨੀਕ ਬਣ ਗਏ ਸਾਧ ਸੰਗਤ ਜੀ, ਜਿੱਥੇ ਮੇਰੇ ਪਾਤਸ਼ਾਹ ਦੇ ਪੰਜੇ ਲੱਗ ਗਏ, ਜਿੱਥੇ ਮਹਾਰਾਜ ਸਾਹਿਬ ਜੀ ਨੇ ਚਰਨ ਪਾ ਦਿੱਤੇ, ਉਹ ਧਰਤੀ ਉਹ ਭਾਗਾਂ ਵਾਲੀ ਹੋ ਗਈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਧਰਤੀ ਨੂੰ ਤਾਰਿਆ। ਇੰਨੇ ਕਰੋੜਾਂ ਸਿੱਖ ਬਣਾਏ, ਪਰ ਤੁਹਾਡੇ ਤੇ ਜ਼ਿਆਦਾ ਕਿਰਪਾ ਕੀਤੀ, ਤੁਹਾਨੂੰ ਆਪਣੀ ਗੱਦੀ ਦੇਤੀ ਹੈ। ਤੇ ਤੁਸੀਂ ਉਹਨਾਂ ਨੂੰ
ਕੀ ਸਮਝਿਆ ਸੀ, ਕੀ ਦੇਖਿਆ ਸੀ, ਤੁਸੀਂ ਉਹਨਾਂ ਬਾਰੇ ਕੀ ਮਹਿਸੂਸ ਕੀਤਾ ਸੀ, ਤੁਹਾਡੇ ਆਪਣੇ ਕੀ ਵਿਚਾਰ ਨੇ। ਤੇ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਇਹ ਸਵਾਲ ਸੁਣ ਕੇ ਨਾ ਬਹੁਤ ਹੀ ਬਿਸਮਾਦ ਵਿੱਚ ਗੁਪਤੀ ਹੋ ਗਏ, ਗੜੂੰਦ ਹੀ ਹੋ ਗਏ ਤੇ ਬੋਲੇ ਹੀ ਨਹੀਂ ਕਿੰਨਾ ਚਿਰ। ਤੇ ਭਾਈ ਵਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਕੀ ਗੱਲ, ਮੇਰੇ ਸਵਾਲ ਨੂੰ ਸੁਣ ਕੇ ਆਪ ਜੀ ਨੂੰ ਕੋਈ ਨਾਰਾਜ਼ਗੀ ਹੋਈ ਹੈ ਜਾਂ ਮੈਂ ਕੋਈ ਗਲਤ ਸਵਾਲ ਕਰ ਦਿੱਤਾ ਹੈ। ਤੇ ਭਾਈ ਬਾਲਾ ਜੀ ਦੀ ਦੁਆਰਾ ਬੇਨਤੀ ਸੁਣ ਕੇ ਮਹਾਰਾਜ ਅੱਖਾਂ 'ਚ ਜਲ ਭਰ ਆਏ। ਬਹੁਤ ਬੈਰਾਗ ਕਰਿਆ ਕਰਦੇ ਸਨ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈਣਾ ਹੁੰਦਾ ਸੀ ਜਾਂ ਨਾਂ, ਵੈਸੇ ਤਾਂ ਸਤਿਗੁਰੂ ਹੀ ਕਹਿੰਦੇ ਸਨ, ਨਾਂ ਨਹੀਂ ਸੀ ਲੈਂਦੇ ਹੁੰਦੇ ਵੱਡੇ ਸਤਿਗੁਰੂ। ਆਪਾਂ ਤਾਂ ਬੇਅਦਬੀ ਜਿਹੇ ਵਾਲੇ ਬੰਦੇ ਆ, ਬਾਰ-ਬਾਰ ਹੀ ਮੂੰਹ ਤੋਂ ਕਹਿ ਦਿੰਦੇ ਆ, ਪਰ ਉਹ ਅਦਬ ਵਾਲੇ ਸਨ। ਤੇ ਕਹਿਣ ਲੱਗੇ ਵੀ ਸਤਿਗੁਰੂ ਮਹਾਰਾਜ ਜੀ ਪਹਿਲੇ ਪਾਤਸ਼ਾਹ ਜੀ ਬਾਰੇ ਮੈਂ ਕੀ ਦੱਸਾਂ, ਵੀ ਮੈਂ ਉਹਨਾਂ ਨੂੰ ਅਕਾਲ ਪੁਰਖ ਪਰਮੇਸ਼ਰ ਨਿਰੰਕਾਰ ਜੋਤੀ ਸਰੂਪ ਸਮਝਿਆ, ਵੀ ਆਪ ਪਰਮੇਸ਼ਰ ਖੁਦ ਵਾਹਿਗੁਰੂ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਵੀ ਪਰਮੇਸ਼ਰ ਸਮਝਿਆ ਤੇ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਾ। ਤੇ ਭਾਈ ਬਾਲਾ ਜੀ ਕਹਿੰਦੇ ਵਾਹ 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 ਸਤਿਗੁਰੂ ਜੀ, ਤਾਂ ਹੀ ਤੁਸੀਂ ਵੀ ਪਰਮੇਸ਼ਰ ਬਣ ਗਏ ਹੋ, ਤੁਸੀਂ ਵੀ ਪਰਮੇਸ਼ਰ ਤਾਂ ਹੀ ਬਣੇ ਹੋ, ਤੁਸੀਂ ਹੁਣ ਪਰਮੇਸ਼ਰ ਸਮਝਿਆ। ਜੈਸਾ ਸੇਵਾ ਤੈਸੋ ਹੋਏ, ਜੈਸੀ ਭਾਵਨਾ ਨਾਲ ਦੇਖੋਗੇ ਉਹੋ ਜਿਹੇ ਸਤਿਗੁਰੂ ਜੀ ਸਾਨੂੰ ਬਣਾ ਦੇਣਗੇ।